ਸਤਿ ਸ਼੍ਰੀ ਅਕਾਲ ਜੀ। ਜਦੋਂ ਤੋਂ ਮੇਰੀ ਦਰਾਣੀ ਪ੍ਰੈਗਨੈਂਟ ਹੋਈ ਸੀ ਤਾਂ ਉਸਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ। ਉਹ ਮੇਰੇ ਦਿਓਰ ਤੋਂ ਚੋਰੀ ਮੈਨੂੰ ਕਹਿੰਦੀ, ਦੀਦੀ ਮੈਂ ਇਹ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੀ, ਤੁਸੀਂ ਮੇਰੇ ਬੱਚੇ ਦਾ ਅਬੋਰਸ਼ਨ ਕਰਵਾ ਦਿਓ। ਅਤੇ ਮੈਂ ਉਸ ਨੂੰ ਝਿੜਕ ਦਿੰਦੀ ਕਿ ਪਾਗਲ, ਚੁੱਪ ਕਰਕੇ ਬਕਵਾਸ ਕਰਦੀ ਰਹਿੰਦੀ ਹਾਂ। ਮੇਰੀ ਦਰਾਣੀ ਦਾ ਰੰਗ ਕਾਲਾ ਸੀ। ਮੇਰਾ ਦਿਓਰ ਉਸ ਨੂੰ ਪਸੰਦ ਨਹੀਂ ਕਰਦਾ ਸੀ, ਇਸ ਲਈ ਮੇਰਾ ਦਿਓਰ ਉਸ ਨੂੰ ਹਰ ਰੋਜ਼ ਬਿਊਟੀ ਪਾਰਲਰ ਜ਼ਰੂਰ ਲੈ ਕੇ ਜਾਂਦਾ। ਪਾਰਲਰ ਵਾਲੀ ਮੇਰੀ ਦਰਾਣੀ ਦੀ ਮਸਾਜ ਅਤੇ ਸਿਰ ਦੀ ਮਾਲਿਸ਼ ਕਰਦੀ। ਮੇਰਾ ਦਿਓਰ ਕਹਿੰਦਾ, ਇਸ ਦਾ ਤਾਂ ਰੰਗ ਕਾਲਾ ਹੈ, ਘੱਟ ਤੋਂ ਘੱਟ ਇਸ ਦਾ ਬੱਚਾ ਤਾਂ ਖੂਬਸੂਰਤ ਪੈਦਾ ਹੋਵੇ। ਮੇਰੀ ਦਰਾਣੀ ਹਰ ਵਾਰੀ ਰੋ ਕੇ ਅੰਦਰ ਚਲੀ ਜਾਂਦੀ ਕਿਉਂਕਿ ਉਹ ਮਸਾਜ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਆਪਣੇ ਦਿਓਰ ਨੂੰ ਰੋਕਣਾ ਚਾਹੁੰਦੀ ਤਾਂ ਉਹ ਕਹਿੰਦਾ, ਭਾਬੀ ਇਸ ਮਸਾਜ ਨਾਲ ਬੱਚਾ ਖੂਬਸੂਰਤ ਪੈਦਾ ਹੋਵੇਗਾ ਤੇ ਮਾਂ ਦੇ ਰੰਗ ਰੂਪ ਵਿੱਚ ਵੀ ਫਰਕ ਪਵੇਗਾ। ਉਦੋਂ ਮੈਂ ਚੁੱਪ ਹੋ ਜਾਂਦੀ। ਮੈਂ ਵੀ ਤਾਂ ਇਹੀ ਚਾਹੁੰਦੀ ਸੀ ਕਿ ਮੇਰੀ ਦਰਾਣੀ ਖੁਸ਼ ਰਹੇ ਤੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਵੇ। ਉਸ ਵਿੱਚ ਖਰਾਬੀ ਤਾਂ ਕੋਈ ਨਹੀਂ ਸੀ। ਮਸਾਜ ਕਰਨ ਦੇ ਲਈ ਇੱਕ ਲੜਕੀ ਉਸ ਨੂੰ ਅੰਦਰ ਲੈ ਜਾਂਦੀ, ਪਰ ਇੱਕ ਅਜੀਬ ਗੱਲ ਸੀ, ਜਦੋਂ ਉਹ ਲੜਕੀ ਬਾਹਰ ਆਉਂਦੀ ਤਾਂ ਹਰ ਵਾਰ ਅਫਸੋਸ ਨਾਲ ਕਹਿੰਦੀ ਕਿ ਤੇਰੀ ਦਰਾਣੀ ਤਾਂ ਕਿਸੇ ਕੰਮ ਦੀ ਨਹੀਂ। ਤੇ ਜਦੋਂ ਮੇਰੀ ਦਰਾਣੀ ਬਾਹਰ ਆਉਂਦੀ ਤਾਂ ਇੱਕ ਡਰ ਜਿਹਾ ਉਸ ਦੇ ਚਿਹਰੇ 'ਤੇ ਹੁੰਦਾ ਤੇ ਆਪਣੀਆਂ ਭਿੱਜੀਆਂ ਅੱਖਾਂ ਦੇ ਨਾਲ ਮੈਨੂੰ ਵੇਖਦੀ ਤੇ ਚੁੱਪ ਕਰਕੇ ਜਾ ਕੇ ਗੱਡੀ ਵਿੱਚ ਬੈਠ ਜਾਂਦੀ। ਉਸ ਦੀਆਂ ਨਜ਼ਰਾਂ ਵਿੱਚ ਸ਼ਿਕਵਾ ਹੁੰਦਾ, ਜਿਵੇਂ ਉਹ ਕਹਿੰਦੀ ਹੋਵੇ ਕਿ ਮੈਂ ਉਸ ਦੀ ਮਦਦ ਕਿਉਂ ਨਹੀਂ ਕਰਦੀ। ਉਹ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਉਹ ਹਰ ਪਲ ਖੋਈ ਰਹਿੰਦੀ ਸੀ, ਨਾ ਢੰਗ ਨਾਲ ਖਾਂਦੀ, ਨਾ ਪੀਂਦੀ, ਨਾ ਆਰਾਮ ਕਰਦੀ। ਮੈਂ ਕੋਸ਼ਿਸ਼ ਕੀਤੀ ਕਿ ਜੇਕਰ ਕੋਈ ਗੱਲ ਮੇਰੀ ਦਰਾਣੀ ਨੂੰ ਪਰੇਸ਼ਾਨ ਕਰ ਰਹੀ ਆ ਤਾਂ ਉਹ ਮੈਨੂੰ ਦੱਸ ਦੇਵੇ, ਪਰ ਉਹ ਮੈਨੂੰ ਕੁਝ ਨਾ ਦੱਸਦੀ। ਬਸ ਇਹੀ ਕਹਿੰਦੀ ਕਿ ਮੈਂ ਇਹ ਬੱਚਾ ਪੈਦਾ ਨਹੀਂ ਕਰਾਂਗੀ। ਮੇਰੀ ਦਰਾਣੀ ਪ੍ਰੈਗਨੈਂਟ ਹੋਈ ਨੂੰ 6 ਮਹੀਨੇ ਪੂਰੇ ਹੋ ਗਏ ਸੀ। ਮੈਂ ਡਾਕਟਰ ਤੋਂ ਉਸ ਦਾ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕਿਹਾ, ਮਾਂ ਨੂੰ ਕਿਸੇ ਕਿਸਮ ਦੀ ਦਿਮਾਗੀ ਪਰੇਸ਼ਾਨੀ ਹੈ, ਜਿਸ ਦੀ ਵਜ੍ਹਾ ਨਾਲ ਬੱਚੇ ਨੂੰ ਵੀ ਖਤਰਾ ਹੋ ਸਕਦਾ ਹੈ। ਬਿਹਤਰ ਹੋਵੇਗਾ ਕਿ ਮਾਂ ਨੂੰ ਆਰਾਮ ਤੇ ਸਕੂਨ ਦਿੱਤਾ ਜਾਵੇ ਤਾਂ ਕਿ ਬੱਚਾ ਤੇ ਦੋਹਾਂ ਦੀ ਹਾਲਤ ਬਿਲਕੁਲ ਠੀਕ ਰਹੇ। ਇਹ ਗੱਲ ਸੁਣ ਕੇ ਮੈਂ ਹੈਰਾਨ ਸੀ ਕਿ ਆਖਰ ਮਸਲਾ ਕੀ ਸੀ। ਮੇਰਾ ਦਿਓਰ ਤਾਂ ਉਸ ਦਾ ਬਹੁਤ ਖਿਆਲ ਰੱਖ ਰਿਹਾ ਸੀ। ਜ਼ਬਰਦਸਤੀ ਹਰ ਦੂਜੇ ਤੀਜੇ ਦਿਨ ਉਸ ਦੀ ਮਸਾਜ ਵੀ ਕਰਵਾ ਕੇ ਲੈ ਕੇ ਆਉਂਦਾ ਸੀ ਤਾਂ ਕਿ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਰਹਿਣ। ਖੈਰ, ਡਾਕਟਰ ਦੀ ਹਦਾਇਤ ਦੇ ਮੁਤਾਬਿਕ ਮੈਂ ਖੁਦ ਹੀ ਸਿੱਧਾ ਮਾਰਕੀਟ ਚਲੀ ਗਈ ਤੇ ਬੱਚੇ ਦੀ ਸ਼ਾਪਿੰਗ ਦਰਾਣੀ ਦੀ ਪਸੰਦ ਨਾਲ ਕਰਨ ਲੱਗ ਪਈ ਤੇ ਨਾਲ ਉਸ ਨੂੰ ਜਾਂਚ ਦੀਆਂ ਨਜ਼ਰਾਂ ਨਾਲ ਦੇਖਦੀ ਰਹੀ। ਉਹ ਹਰ ਖਿਡੌਣਾ ਤੇ ਹਰ ਕੱਪੜਾ ਲੈਣ ਵੇਲੇ ਉਦਾਸ ਹੋਣ ਲੱਗ ਪਈ। ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਈ ਤਾਂ ਦਿਲ ਵਿੱਚ ਇਹੀ ਸਭ ਸੋਚ ਕੇ ਪਰੇਸ਼ਾਨ ਹੁੰਦੀ ਰਹੀ। ਅਗਲੀ ਸਵੇਰ ਫਿਰ ਤੋਂ ਦਿਓਰ ਨੇ ਪਾਰਲਰ ਜਾਣ ਦਾ ਕਹਿ ਦਿੱਤਾ ਤੇ ਮੈਂ ਤੁਰੰਤ ਆਪਣੀ ਦਰਾਣੀ ਦੇ ਵੱਲ ਵੇਖਿਆ। ਉਸਦੇ ਚਿਹਰੇ 'ਤੇ ਫਿਰ ਚਿੰਤਾ ਅਤੇ ਪਰੇਸ਼ਾਨੀ ਦੇ ਹਾਵ ਭਾਵ ਉਤਰੇ ਹੋਏ ਸੀ। ਖੈਰ, 10 ਵਜੇ ਦੇ ਕਰੀਬ ਅਸੀਂ ਸਾਰੇ ਪਾਰਲਰ ਪਹੁੰਚੇ ਤੇ ਉੱਥੇ ਉਹੀ ਲੜਕੀ ਜੋ ਪਹਿਲਾਂ ਹੀ ਤਿਆਰ ਖੜੀ ਸੀ, ਉਹ ਪੇਸ਼ੇਵਰ ਅੰਦਾਜ਼ 'ਚ ਸਾਨੂੰ ਮਿਲੀ ਤੇ ਇੱਕ ਖਾਲੀ ਕਮਰੇ ਵੱਲ ਮੇਰੀ ਦਰਾਣੀ ਨੂੰ ਇਸ਼ਾਰਾ ਕਰਦੇ ਹੋਏ ਖੁਦ ਵੀ ਉਸ ਕਮਰੇ ਵਿੱਚ ਚਲੀ ਗਈ। ਦਿਓਰ ਨੇ ਉਸ ਨੂੰ ਜਾਣ ਦਾ ਕਿਹਾ ਤਾਂ ਉਹ ਫਿਰ ਤੋਂ ਉੱਦਾਂ ਹੀ ਰੋਣ ਲੱਗ ਪਈ ਕਿ ਉਹ ਮਸਾਜ ਨਹੀਂ ਕਰਵਾਉਣਾ ਚਾਹੁੰਦੀ। ਉਸ ਦੀਆਂ ਅੱਖਾਂ ਵੀ ਤੇਜ਼ੀ ਨਾਲ ਭਿੱਜਣ ਲੱਗੀਆਂ। ਮੈਨੂੰ ਸ਼ੱਕ ਹੋਣ ਲੱਗ ਪਿਆ ਕਿ ਕੁਝ ਤਾਂ ਹੈ ਕਿ ਮੇਰੀ ਦਰਾਣੀ ਇੱਥੇ ਪਹੁੰਚ ਕੇ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਆ। ਉਸ ਨੂੰ ਅੰਦਰ ਭੇਜਿਆ ਤਾਂ ਦਿਓਰ ਮੈਨੂੰ ਇੰਤਜ਼ਾਰ ਕਰਨ ਦਾ ਕਹਿ ਕੇ ਕਿਸੇ ਕੰਮ ਦੇ ਲਈ ਦਫ਼ਤਰ ਰਵਾਨਾ ਹੋ ਗਿਆ। ਮੈਂ ਇਹ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ। ਮੈਂ ਦੱਬੇ ਪੈਰੀਂ ਉਸ ਕਮਰੇ ਵੱਲ ਤੁਰ ਪਈ। ਮੈਂ ਕੋਲ ਪਹੁੰਚੀ ਤਾਂ ਹਲਕੀਆਂ ਆਵਾਜ਼ਾਂ ਮੈਨੂੰ ਆਉਣ ਲੱਗ ਪਈਆਂ। ਮੈਂ ਦਰਵਾਜ਼ੇ ਨੂੰ ਹੌਲੀ ਜਿਹੀ ਖੋਲ੍ਹ ਕੇ ਅੰਦਰ ਝਾਕ ਕੇ ਵੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਦਰਾਣੀ ਹੌਕੇ ਲੈ ਕੇ ਰੋ ਰਹੀ ਸੀ ਕਿਉਂਕਿ ਉੱਥੇ ਤਾਂ ਉਸ ਦੀ ਮਸਾਜ ਨਹੀਂ, ਬਲਕਿ ਉਸ ਦੇ ਨਾਲ ਮੇਰਾ ਤਾਲੁਕ ਯੂਪੀ ਦੇ ਇੱਕ ਇਲਾਕੇ ਨਾਲ ਹੈ। ਮੇਰਾ ਦਿਓਰ, ਬੇਟੀਆਂ ਅਤੇ ਪਤੀ ਖੁਸ਼ੀ ਨਾਲ ਰਹਿੰਦੇ ਸੀ। ਮੇਰੀ ਇੱਕ ਸਹੇਲੀ ਸੀ ਜੋ ਵਿਆਹੀ ਹੋਈ ਸੀ। ਉਹ ਬਹੁਤ ਹੀ ਚੰਗੀ ਤੇ ਸੁਲਝੀ ਹੋਈ ਔਰਤ ਸੀ। ਉਹ ਹਰ ਕਿਸੇ ਨਾਲ ਘੁਲ ਮਿਲ ਕੇ ਰਹਿਣ ਵਾਲੀ, ਹਰ ਕਿਸੇ ਦਾ ਖਿਆਲ ਰੱਖਣ ਵਾਲੀ ਤੇ ਸ਼ਰੀਫ ਜਿਹੀ ਸੀ। ਮੈਨੂੰ ਉਹ ਬਹੁਤ ਹੀ ਚੰਗੀ ਲੱਗਦੀ ਸੀ। ਮੇਰੇ ਵਿਆਹ ਦੇ 3 ਸਾਲ ਬਾਅਦ ਉਸ ਦਾ ਵੀ ਵਿਆਹ ਹੋ ਗਿਆ ਸੀ, ਪਰ ਮੈਨੂੰ ਉਸ ਦੀ ਕਮੀ ਬਹੁਤ ਮਹਿਸੂਸ ਹੁੰਦੀ। ਮੈਂ ਸੋਚ ਲਿਆ ਸੀ ਕਿ ਮੈਂ ਉਸ ਦੀ ਨਨਾਣ ਦਾ ਵਿਆਹ ਆਪਣੇ ਦਿਓਰ ਦੇ ਨਾਲ ਕਰਾਂਗੀ। ਮੈਂ ਇਹ ਗੱਲ ਆਪਣੇ ਦਿਲ ਵਿੱਚ ਹੀ ਰੱਖੀ ਤੇ ਇਸ ਦਾ ਜ਼ਿਕਰ ਕਿਸੇ ਨਾਲ ਨਹੀਂ ਕੀਤਾ।
ਫਿਰ ਕੁਝ ਸਮੇਂ ਬਾਅਦ ਮੈਂ ਉਸ ਦੀ ਨਨਾਣ, ਜਿਸ ਦਾ ਨਾਮ ਉਸਨੇ ਰਾਣੀ ਰੱਖਿਆ, ਮੈਂ ਸਭ ਨੂੰ ਕਹਿ ਦਿੱਤਾ ਕਿ ਮੈਂ ਰਾਣੀ ਨੂੰ ਆਪਣੀ ਦਰਾਣੀ ਬਣਾਵਾਂਗੀ। ਉਸ ਦਾ ਵਿਆਹ ਆਪਣੇ ਦਿਓਰ ਰਾਜੂ ਦੇ ਨਾਲ ਕਰਾਂਗੀ। ਮੇਰੇ ਪਤੀ ਨੇ ਕਿਹਾ ਕਿ ਉਹ ਬਹੁਤ ਛੋਟੀ ਹੈ, ਪਰ ਮੇਰੀ ਜਿੱਦ ਦੇ ਅੱਗੇ ਸਾਰੇ ਮੰਨ ਗਏ। ਜਦੋਂ ਇਹ ਦੋਨੋਂ ਬੱਚੇ ਜਵਾਨ ਹੋਏ ਤਾਂ ਮੈਂ ਮੰਗਣੀ ਦੀ ਰਸਮ ਦੀ ਗੱਲ ਕੀਤੀ। ਰਾਣੀ ਤਾਂ ਚੁੱਪ ਰਹੀ, ਪਰ ਰਾਜੂ ਬਹੁਤ ਬੁਰੀ ਤਰ੍ਹਾਂ ਵਿਗੜ ਗਿਆ। ਉਸ ਦਾ ਕਹਿਣਾ ਸੀ ਕਿ ਉਸਨੇ ਰਾਣੀ ਨੂੰ ਕਦੇ ਇਸ ਨਜ਼ਰ ਨਾਲ ਨਹੀਂ ਵੇਖਿਆ। ਉਸਨੇ ਇਸ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਵੀ ਜਿੱਦ ਫੜ ਲਈ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਿੱਦਾਂ ਹੀ ਰਾਜੂ ਦੀ ਨੌਕਰੀ ਲੱਗ ਜਾਵੇਗੀ, ਉਦੋਂ ਹੀ ਮੈਂ ਉਸ ਦੀ ਮਰਜ਼ੀ ਦੀ ਫਿਕਰ ਕੀਤੇ ਬਿਨਾਂ ਉਸ ਦਾ ਵਿਆਹ ਰਾਣੀ ਦੇ ਨਾਲ ਕਰ ਦੇਵਾਂਗੀ। ਸਾਰੀਆਂ ਤਿਆਰੀਆਂ ਮੈਂ ਬਹੁਤ ਖੁਸ਼ ਹੋ ਕੇ ਕੀਤੀਆਂ, ਜਦ ਕਿ ਮੇਰਾ ਦਿਓਰ ਇਸ ਸਭ ਤੋਂ ਬੇਫਿਕਰ ਹੋ ਕੇ ਘੁੰਮਦਾ ਰਿਹਾ। ਜੇਕਰ ਕਦੇ ਮੈਂ ਉਸ ਨੂੰ ਕੋਈ ਚੀਜ਼ ਦਿਖਾ ਕੇ ਉਸ ਦੀ ਰਾਏ ਜਾਣਨਾ ਚਾਹੁੰਦੀ ਤਾਂ ਉਹ ਮਨਾ ਕਰ ਦਿੰਦਾ ਕਿ ਮੇਰਾ ਇਹਨਾਂ ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ। ਇਹ ਗੱਲ ਸੁਣ ਕੇ ਮੈਂ ਦਿਲ ਹੀ ਦਿਲ ਵਿੱਚ ਮਹਿਸੂਸ ਕਰਕੇ ਰਹਿ ਜਾਂਦੀ ਅਤੇ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ। ਖੈਰ, ਫਿਰ ਉਹ ਦਿਨ ਵੀ ਆ ਗਿਆ ਜਦੋਂ ਰਾਣੀ ਮੇਰੇ ਘਰ ਮੇਰੀ ਦਰਾਣੀ ਬਣ ਕੇ ਆ ਗਈ ਅਤੇ ਮੇਰਾ ਪਤੀ ਤਾਂ ਬਹੁਤ ਖੁਸ਼ ਸੀ ਕਿ ਰਾਣੀ ਦੇ ਰੂਪ ਵਿੱਚ ਸਾਨੂੰ ਬੇਟੀ ਮਿਲ ਗਈ ਹੈ। ਪਰ ਰਾਜੂ ਦਾ ਦਿਮਾਗ 7ਵੇਂ ਅਸਮਾਨ 'ਤੇ ਪਹੁੰਚਿਆ ਹੋਇਆ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਵਾਸਤੇ ਦੇ ਕੇ ਉਸ ਨੂੰ ਰਾਣੀ ਦੇ ਕੋਲ ਭੇਜਿਆ। ਇੱਦਾਂ ਹੀ 1 ਹਫ਼ਤਾ ਗੁਜ਼ਰ ਗਿਆ। ਮੇਰਾ ਦਿਓਰ ਲੱਖ ਬੁਰਾ ਸੀ, ਪਰ ਬਦਤਮੀਜ਼ ਨਹੀਂ ਸੀ। ਇਸ ਕਰਕੇ ਸਭ ਕੁਝ ਵਧੀਆ ਚੱਲ ਰਿਹਾ ਸੀ। ਫਿਰ ਸਾਡੇ ਕਹਿਣ 'ਤੇ ਰਾਣੀ ਨੂੰ ਕੁਝ ਦਿਨਾਂ ਦੇ ਲਈ ਪਹਾੜੀ ਇਲਾਕਿਆਂ ਦੀ ਸੈਰ 'ਤੇ ਵੀ ਭੇਜ ਦਿੱਤਾ ਗਿਆ। 15 ਦਿਨਾਂ ਤੋਂ ਬਾਅਦ ਘੁੰਮ ਫਿਰ ਕੇ ਅਤੇ ਬਹੁਤ ਸਾਰੀ ਸ਼ਾਪਿੰਗ ਕਰਕੇ ਉਹ ਦੋਨੋਂ ਘਰ ਪਹੁੰਚੇ ਤੇ ਮੈਨੂੰ ਕਹਿਣ ਲੱਗੇ, ਹੁਣ ਆਪਣੀ ਦਰਾਣੀ ਨੂੰ ਆਪ ਸੰਭਾਲੋ, ਮੇਰੀ ਛੁੱਟੀ ਖਤਮ ਹੋਣ ਵਾਲੀ ਆ। ਮੈਂ ਸਾਰਾ ਦਿਨ ਆਰਾਮ ਕਰਾਂਗਾ ਤੇ ਪਰਸੋਂ ਤੋਂ ਡਿਊਟੀ 'ਤੇ ਜਾਣਾ ਆ। ਮੈਂ ਆਪਣੀ ਦਰਾਣੀ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਣੇ ਨਾਲ ਹੀ ਬਿਠਾ ਲਿਆ ਤੇ ਉਸ ਨੂੰ ਪੁੱਛਣ ਲੱਗ ਪਈ, ਤੁਸੀਂ ਦੋਨੋਂ ਕਿੱਥੇ ਗਏ ਸੀ? ਕੀ ਵੇਖਿਆ? ਉੱਥੋਂ ਦਾ ਮੌਸਮ ਕਿੱਦਾਂ ਦਾ ਸੀ? ਮੈਂ ਉਸ ਨੂੰ ਸਾਰਾ ਕੁਝ ਪੁੱਛ ਰਹੀ ਸੀ। ਫਿਰ ਕੁਝ ਦਿਨਾਂ ਬਾਅਦ ਐਤਵਾਰ ਵਾਲੇ ਦਿਨ ਪ੍ਰਸ਼ਾਦ ਬਣਾਇਆ ਤੇ ਰਸਮ ਕੀਤੀ ਤੇ ਫਿਰ ਮੇਰੀ ਦਰਾਣੀ ਨੇ ਰਸੋਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਘਰ ਦਾ ਰਿਵਾਜ ਸੀ ਕਿ ਸਾਰੇ ਕੰਮ ਭਲਾ ਕਿਸੇ ਤੋਂ ਕਰਵਾ ਲਓ, ਪਰ ਔਰਤ ਨੂੰ ਰਸੋਈ ਖੁਦ ਹੀ ਸੰਭਾਲਣੀ ਚਾਹੀਦੀ ਹੈ। ਇਸ ਨਾਲ ਘਰ ਵਾਲਿਆਂ ਦੇ ਦਿਲਾਂ ਵਿੱਚ ਇੱਜ਼ਤ ਪੈਦਾ ਹੁੰਦੀ ਹੈ। ਇਸ ਕਰਕੇ ਰਸੋਈ ਦਾ ਸਾਰਾ ਕੰਮ, ਚਾਹ ਪਾਣੀ, ਨਾਸ਼ਤੇ ਦਾ ਸਾਰਾ ਕੁਝ ਮੈਂ ਹੀ ਖੁਦ ਹੀ ਦੇਖਦੀ ਸੀ। ਸਾਰੇ ਘਰ ਦੀ ਸਫਾਈ, ਬਰਤਨ ਸਾਫ਼ ਕਰਨੇ, ਕੱਪੜੇ ਧੋਣੇ, ਇਹਨਾਂ ਸਭ ਕੰਮਾਂ ਲਈ 2 ਔਰਤਾਂ ਆਉਂਦੀਆਂ ਸੀ। ਰਾਣੀ ਨੂੰ ਖਾਣਾ ਬਣਾਉਣਾ ਸਿਖਾਉਣਾ ਸੀ। ਇਸ ਕਰਕੇ ਰੋਜ਼ ਹੀ ਅਸੀਂ ਕੁਝ ਨਾ ਕੁਝ ਨਵਾਂ ਬਣਾ ਰਹੇ ਹੁੰਦੇ ਸੀ। ਕਦੇ ਬਿਰਯਾਨੀ, ਕਦੇ ਕੀ। ਮੇਰੇ ਘਰ ਖੂਬ ਰੌਣਕ ਲੱਗੀ ਹੋਈ ਸੀ। ਮੈਂ ਜਿਸ ਨੀਅਤ ਨਾਲ ਆਪਣੀ ਸਹੇਲੀ ਦੀ ਨਨਾਣ ਨੂੰ ਆਪਣੀ ਦਰਾਣੀ ਬਣਾਇਆ ਸੀ, ਉਹ ਪੂਰੀ ਹੋ ਗਈ ਸੀ। ਮੈਨੂੰ ਯਕੀਨ ਸੀ ਕਿ ਉਸ ਦੀ ਨਨਾਣ ਵੀ ਉਸ ਦੇ ਵਰਗੀ ਹੀ ਹੋਵੇਗੀ। ਇਸ ਕਰਕੇ ਹਰ ਵਕਤ ਸਾਡੇ ਘਰ ਰੌਣਕ ਲੱਗੀ ਰਹਿੰਦੀ। ਮੇਰੇ ਪਤੀ ਵੀ ਮੇਰੇ ਫੈਸਲੇ ਦੇ ਹਰ ਸਮੇਂ ਦਾਦ ਦਿੰਦੇ ਰਹਿੰਦੇ। ਰਾਜੂ ਵੀ ਵਕਤ ਦੇ ਨਾਲ ਬਦਲ ਗਿਆ ਸੀ। ਇਸ ਤਰ੍ਹਾਂ ਖੁਸ਼ੀ ਵਕਤ ਗੁਜ਼ਰਨ ਲੱਗਾ ਤੇ 1.5 ਸਾਲ ਗੁਜ਼ਰ ਗਿਆ। ਮੈਂ ਦਿਲ ਹੀ ਦਿਲ ਛੋਟੇ ਮਹਿਮਾਨ ਦੇ ਇੰਤਜ਼ਾਰ ਵਿੱਚ ਸੀ ਕਿ ਮੇਰੇ ਘਰ ਦੀ ਇਹ ਖੁਸ਼ੀ ਜਲਦੀ ਤੋਂ ਜਲਦੀ ਆ ਜਾਵੇ। ਉਦੋਂ 3 ਮਹੀਨੇ ਲੰਘ ਗਏ ਤੇ ਰਾਣੀ ਨੇ ਸਾਨੂੰ ਇਹ ਖੁਸ਼ੀ ਵੀ ਦੇ ਦਿੱਤੀ। ਇੱਕ ਦਿਨ ਜਦੋਂ ਅਸੀਂ ਰਸੋਈ ਵਿੱਚ ਕੁਝ ਬਣਾਉਣ ਦੇ ਇਰਾਦੇ ਨਾਲ ਪਹੁੰਚੇ ਤਾਂ ਮੈਂ ਫਰਿੱਜ ਵਿੱਚੋਂ ਸਮਾਨ ਕੱਢਿਆ ਤੇ ਮੇਰੀ ਦਰਾਣੀ ਨਾਲ ਬੈਠ ਕੇ ਮਸਾਲੇ ਦੀ ਤਿਆਰੀ ਕਰਨ ਲੱਗ ਪਈ। ਉਦੋਂ ਅਚਾਨਕ ਮੇਰੀ ਦਰਾਣੀ ਦੀ ਤਬੀਅਤ ਖਰਾਬ ਹੋ ਗਈ। ਉਸਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਉਸਦੇ ਮਗਰ ਕਮਰੇ ਤੱਕ ਪਹੁੰਚ ਗਈ। ਜਦੋਂ ਬਾਥਰੂਮ ਵਿੱਚੋਂ ਨਿਕਲੀ ਤਾਂ ਉਸ ਦਾ ਰੰਗ ਫਿੱਕਾ ਪੈ ਗਿਆ। ਮੈਂ ਉਸ ਨੂੰ ਸਹਾਰਾ ਦੇ ਕੇ ਬੈੱਡ 'ਤੇ ਬਿਠਾਇਆ ਤੇ ਡਾਕਟਰ ਨੂੰ ਬੁਲਾਉਣ ਲੱਗੀ ਤਾਂ ਉਹ ਬੇਹੋਸ਼ ਹੋ ਗਈ। ਮੈਂ ਘਬਰਾਉਂਦੀ ਹੋਈ ਨੇ ਰਾਣੀ ਨੂੰ ਗੱਡੀ ਵਿੱਚ ਪਾਇਆ ਤੇ ਡਰਾਈਵਰ ਦੇ ਨਾਲ ਉਸ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਤੁਰੰਤ ਚੈੱਕਅਪ ਕੀਤਾ ਤੇ ਡ੍ਰਿਪ ਲਗਾ ਦਿੱਤੀ। ਮੈਂ ਫਿਕਰਮੰਦੀ ਦੇ ਨਾਲ ਪੁੱਛਿਆ ਤਾਂ ਡਾਕਟਰ ਮੁਸਕਰਾਉਂਦੀ ਹੋਈ ਬੋਲੀ, ਘਬਰਾਉਣ ਦੀ ਕੋਈ ਲੋੜ ਨਹੀਂ। ਦਰਅਸਲ ਤੁਹਾਡੀ ਦਰਾਣੀ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਆ, ਜਿਸ ਕਾਰਨ ਇਹ ਬੇਹੋਸ਼ ਹੋ ਗਈ ਸੀ। ਇਸ ਦੀ ਹਾਲਤ ਵਿੱਚ ਇੱਦਾਂ ਹੀ ਹੁੰਦਾ ਹੈ। ਮੈਂ ਸੁੱਖ ਦਾ ਸਾਹ ਲਿਆ ਕਿ ਚਲੋ ਘਬਰਾਉਣ ਵਾਲੀ ਤਾਂ ਕੋਈ ਗੱਲ ਨਹੀਂ, ਪਰ ਫਿਰ ਚੌਂਕਦੇ ਹੋਏ ਡਾਕਟਰ ਦੇ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਤਾਂ ਉਹ ਬੋਲੀ, ਤੁਹਾਡੀ ਦਰਾਣੀ ਪ੍ਰੈਗਨੈਂਟ ਹੈ। ਮੈਂ ਡਾਕਟਰ ਦੇ ਸਾਹਮਣੇ ਤਾਂ ਸਕੂਨ ਨਾਲ ਬੈਠੀ ਰਹੀ,
ਪਰ ਇਹ ਖਬਰ ਸੁਣ ਕੇ ਮੇਰਾ ਖੁਸ਼ੀ ਨਾਲ ਬੁਰਾ ਹਾਲ ਹੋ ਰਿਹਾ ਸੀ। ਸਮਝ ਹੀ ਨਹੀਂ ਆ ਰਹੀ ਸੀ ਕਿ ਆਪਣੀ ਖੁਸ਼ੀ ਕਿਸ ਤਰ੍ਹਾਂ ਮਨਾਵਾਂ। ਫਿਰ ਕਮਰੇ ਵਿੱਚ ਪਹੁੰਚ ਕੇ ਮੈਂ ਆਪਣੇ ਪਤੀ ਤੇ ਦਿਓਰ ਨੂੰ ਫੋਨ ਕਰਕੇ ਹਸਪਤਾਲ ਵਿੱਚ ਬੁਲਾ ਲਿਆ। ਜਦੋਂ ਉਹ ਦੋਵੇਂ ਪਹੁੰਚ ਗਏ ਤਾਂ ਮੈਂ ਉਹਨਾਂ ਦੋਵਾਂ ਇਕੱਠਿਆਂ ਨੂੰ ਹੀ ਇਹ ਖੁਸ਼ੀ ਸੁਣਾਈ। ਮੇਰਾ ਦਿਓਰ ਤਾਂ ਖੁਸ਼ੀ ਦੇ ਮਾਰੇ ਮੇਰੇ ਗਲ ਲੱਗ ਗਿਆ, ਪਰ ਫਿਰ ਮੈਂ ਵੇਖਿਆ ਉਹ ਇੰਨਾ ਖੁਸ਼ ਹੋਣ ਦੇ ਬਾਵਜੂਦ ਕਿਸੇ ਗਹਿਰੀ ਸੋਚ ਵਿੱਚ ਡੁੱਬਿਆ ਲੱਗ ਰਿਹਾ ਸੀ। ਖੈਰ, ਮੈਂ ਇਸ ਨੂੰ ਆਪਣਾ ਵਹਿਮ ਸਮਝਿਆ ਤੇ ਫਿਰ ਅਸੀਂ ਸਾਰੇ ਇਕੱਠੇ ਹੀ ਘਰ ਨੂੰ ਨਿਕਲ ਗਏ। ਰਸਤੇ ਵਿੱਚ ਅਸੀਂ ਮਠਿਆਈਆਂ, ਫਲ ਫਰੂਟ ਤੇ ਘਰ ਪਹੁੰਚੇ। ਘਰ ਪਹੁੰਚ ਕੇ ਮੇਰੀ ਬੇਟੀਆਂ ਵੀ ਸਾਡੇ ਚਿਹਰੇ ਨੂੰ ਦੇਖ ਕੇ ਸਾਡੀ ਖੁਸ਼ੀ ਸਮਝ ਗਈਆਂ ਸੀ। ਉਹ ਮੁਬਾਰਕਾਂ ਦੇਣ ਲੱਗ ਪਈਆਂ। ਹੁਣ ਤਾਂ ਮੈਂ ਹਰ ਸਮੇਂ ਆਪਣੀ ਦਰਾਣੀ ਦੇ ਆਸ-ਪਾਸ ਹੀ ਰਹਿੰਦੀ। ਉਸ ਦੀ ਦੇਖਭਾਲ ਲਈ ਮੈਂ ਇੱਕ ਲੜਕੀ ਵੀ ਰੱਖ ਲਈ ਸੀ, ਜੋ ਉਸ ਨੂੰ ਸਮੇਂ-ਸਮੇਂ 'ਤੇ ਸਭ ਦਵਾਈਆਂ ਵਗੈਰਾ ਖਾਣਾ ਪੀਣਾ ਦਿੰਦੀ। ਉਸ ਦੇ ਕੋਲ ਹੀ ਰਹਿੰਦੀ। ਜਦੋਂ ਮੇਰਾ ਦਿਓਰ ਵਾਪਸ ਆ ਜਾਂਦਾ ਤਾਂ ਉਹ ਵੀ ਉਸ ਦਾ ਬਹੁਤ ਖਿਆਲ ਰੱਖਦਾ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ, ਪਰ ਮੈਂ ਇੱਕ ਗੱਲ ਨੋਟ ਕੀਤੀ ਕਿ ਮੇਰਾ ਦਿਓਰ ਹਰ ਸਮੇਂ ਕਿਸੇ ਗਹਿਰੀ ਸੋਚ ਵਿੱਚ ਹੀ ਡੁੱਬਿਆ ਰਹਿੰਦਾ ਸੀ। ਮੈਂ ਪੁੱਛਿਆ ਤਾਂ ਕਹਿਣ ਲੱਗਿਆ, ਨਹੀਂ, ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਦਫ਼ਤਰ ਵਿੱਚ ਕੰਮ ਦਾ ਬੋਝ ਵੱਧ ਗਿਆ, ਇਸ ਕਰਕੇ ਇੱਦਾਂ ਲੱਗਦਾ ਰਿਹਾ। ਮੈਂ ਵੀ ਜ਼ਿਆਦਾ ਧਿਆਨ ਨਾ ਦਿੱਤਾ ਤਾਂ ਇਹ ਸਭ ਤਾਂ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ। ਖੈਰ, ਇੱਦਾਂ ਹੀ ਵਕਤ ਬੀਤਣ ਲੱਗ ਪਿਆ। ਮੈਂ ਰਾਣੀ ਦਾ ਹਰ ਤਰ੍ਹਾਂ ਖਿਆਲ ਰੱਖਦੀ ਸੀ ਤੇ ਉਸ ਨੂੰ ਹਰ ਮਹੀਨੇ ਡਾਕਟਰ ਦੇ ਕੋਲ ਚੈੱਕਅਪ ਦੇ ਲਈ ਲੈ ਕੇ ਜਾਂਦੀ ਸੀ। 2 ਮਹੀਨੇ ਪੂਰੇ ਹੋ ਗਏ। ਇੱਕ ਦਿਨ ਮੇਰੀ ਦਰਾਣੀ ਨੇ ਮੈਨੂੰ ਕਿਹਾ, ਮੈਂ ਇਸ ਬੱਚੇ ਦੀ ਸਫਾਈ ਕਰਵਾਉਣਾ ਚਾਹੁੰਦੀ ਹਾਂ। ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਸ ਨੂੰ ਝਿੜਕ ਦਿੱਤਾ, ਪਰ ਉਹ ਰੋਣ ਲੱਗ ਪਈ ਤੇ ਉਸਨੇ ਮੈਨੂੰ ਕੋਈ ਵੀ ਗੱਲ ਨਾ ਦੱਸੀ। ਅਗਲੇ ਦਿਨ ਮੇਰੇ ਦਿਓਰ ਨੇ ਕਿਹਾ ਉਹ ਰਾਣੀ ਨੂੰ ਪਾਰਲਰ ਲੈ ਕੇ ਜਾਣਾ ਚਾਹੁੰਦਾ ਤਾਂ ਕਿ ਪਾਰਲਰ ਵਾਲੀ ਰਾਣੀ ਦੀ ਮਸਾਜ ਵਗੈਰਾ ਕਰੇ। ਮੈਂ ਕਿਹਾ, ਇਹ ਤਾਂ ਚੰਗੀ ਗੱਲ ਆ, ਲੈ ਜਾ। ਪਰ ਰਾਣੀ ਕਹਿਣ ਲੱਗੀ, ਦੀਦੀ ਤੁਸੀਂ ਵੀ ਮੇਰੇ ਨਾਲ ਹੀ ਚੱਲੋ। ਫਿਰ ਮੈਂ ਵੀ ਤਿਆਰ ਹੋ ਕੇ ਉਸਦੇ ਨਾਲ ਚੱਲ ਪਈ। ਉੱਥੇ ਪਹੁੰਚ ਕੇ ਮੇਰੇ ਦਿਓਰ ਨੇ ਰਾਣੀ ਨੂੰ ਇੱਕ ਕਮਰੇ ਵਿੱਚ ਭੇਜਿਆ ਕਿ ਮਸਾਜ ਕਰਵਾ ਲਓ। ਉਹ ਚੁੱਪ ਕਰਕੇ ਅੰਦਰ ਚਲੀ ਗਈ ਤੇ ਮੇਰਾ ਦਿਓਰ ਕਹਿਣ ਲੱਗਾ, ਇੱਥੇ ਮਸਾਜ ਬਹੁਤ ਵਧੀਆ ਹੁੰਦੀ ਆ। ਭਲਾ ਇਸ ਤੋਂ ਮੈਨੂੰ ਕੀ ਇਤਰਾਜ਼ ਹੋਣਾ ਸੀ। ਅਸੀਂ ਇੱਦਾਂ ਹੀ ਗੱਲਾਂ ਕਰਨ ਲੱਗ ਪਏ। ਤਕਰੀਬਨ ਪੌਣੇ ਘੰਟੇ ਤੋਂ ਬਾਅਦ ਰਾਣੀ ਕਮਰੇ ਵਿੱਚੋਂ ਬਾਹਰ ਆਈ ਤੇ ਅਸੀਂ ਘਰ ਆ ਗਏ। ਫਿਰ ਇੱਦਾਂ ਹਰ ਦੂਸਰੇ ਜਾਂ ਤੀਸਰੇ ਦਿਨ ਹੋਣ ਲੱਗ ਪਿਆ। ਮੇਰਾ ਦਿਓਰ ਸਵੇਰੇ ਜਾਂ ਸ਼ਾਮ ਨੂੰ ਸਾਨੂੰ ਪਾਰਲਰ ਲੈ ਕੇ ਚਲਾ ਜਾਂਦਾ। ਪਾਰਲਰ ਵਾਲੀ ਰਾਣੀ ਨੂੰ ਅੰਦਰ ਲੈ ਕੇ ਚਲੀ ਜਾਂਦੀ, ਪਰ ਹਰ ਵਾਰ ਰਾਣੀ ਘਬਰਾਈ ਹੋਈ ਤੇ ਉਸੇ ਕਮਰੇ ਵਿੱਚੋਂ ਬਾਹਰ ਆਉਂਦੀ। ਹੌਲੀ-ਹੌਲੀ ਇਹ ਘਬਰਾਹਟ ਤੇ ਉਦਾਸੀ ਵਿੱਚ ਅਤੇ ਫਿਰ ਪਰੇਸ਼ਾਨੀ ਵਿੱਚ ਤਬਦੀਲ ਹੁੰਦੀ ਗਈ। ਮੈਂ ਪਰੇਸ਼ਾਨ ਸੀ ਕਿ ਆਖਰ ਗੱਲ ਕੀ ਆ। ਖੁਸ਼ ਹੋਣ ਦੀ ਬਜਾਏ ਰਾਣੀ ਉਦਾਸ ਤੇ ਕਮਜ਼ੋਰ ਹੁੰਦੀ ਜਾ ਰਹੀ ਸੀ। ਫਿਰ ਮੈਨੂੰ ਸ਼ੱਕ ਹੋਣ ਲੱਗ ਪਿਆ ਅਤੇ ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਕੋਸ਼ਿਸ਼ ਵੀ ਕੀਤੀ ਕਿ ਇਹ ਸਭ ਦੇ ਪਿੱਛੇ ਦਾ ਅਸਲ ਰਾਜ਼ ਪਤਾ ਕਰ ਸਕਾਂ। ਮੈਂ ਤਾਂ ਸਮਝੀ ਸੀ ਕਿ ਇਹ ਕੋਈ ਛੋਟੀ-ਮੋਟੀ ਗੱਲ ਆ, ਪਰ ਮੈਨੂੰ ਕੀ ਪਤਾ ਸੀ ਕਿ ਗੱਲ ਬਹੁਤ ਵਿਗੜ ਚੁੱਕੀ ਆ। ਖੈਰ, ਇੱਕ ਦਿਨ ਮੇਰਾ ਦਿਓਰ ਸਾਨੂੰ ਪਾਰਲਰ ਛੱਡ ਕੇ ਚਲਾ ਗਿਆ। ਪਾਰਲਰ ਵਾਲੀ ਮੇਰੀ ਦਰਾਣੀ ਨੂੰ ਕਮਰੇ ਵਿੱਚ ਲੈ ਗਈ। ਮੇਰੀ ਦਰਾਣੀ ਬਹੁਤ ਪਰੇਸ਼ਾਨ ਸੀ। ਮੈਂ ਬਿਨਾਂ ਆਵਾਜ਼ ਕੀਤੇ ਕਮਰੇ ਦੇ ਕੋਲ ਗਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਜਿੱਦਾਂ ਰਾਣੀ ਰੋ ਰਹੀ ਹੋਵੇ। ਮੈਂ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤਾਂ ਮੈਨੂੰ ਪਾਰਲਰ ਵਾਲੀ ਲੜਕੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਰਾਣੀ ਲੜਕੀ ਦੀ ਕਿਸੇ ਗੱਲ 'ਤੇ ਮਿੰਨਤਾਂ ਕਰ ਰਹੀ ਸੀ, ਜੋ ਹਰ ਵਾਰ ਉਸ ਦਾ ਮਸਾਜ ਕਰਦੀ ਸੀ ਤੇ ਉਹ ਜਵਾਬ ਵਿੱਚ ਮੇਰੀ ਦਰਾਣੀ ਨੂੰ ਧਮਕਾ ਰਹੀ ਸੀ। ਮੈਂ ਹੈਰਾਨ ਸੀ ਕਿ ਇਹ ਲੜਕੀ ਮੇਰੀ ਦਰਾਣੀ ਨੂੰ ਧਮਕਾ ਕਿਉਂ ਰਹੀ ਆ। ਇਸ ਦੀ ਹਿੰਮਤ ਵੀ ਕਿੱਦਾਂ ਹੋਈ ਆਪਣੇ ਕਸਟਮਰ ਨਾਲ ਇੱਦਾਂ ਗੱਲ ਕਰਨ ਦੀ। ਫਿਰ ਉਹ ਲੜਕੀ ਜੋ ਬੋਲੀ ਉਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ। ਉਹ ਲੜਕੀ ਮੇਰੀ ਦਰਾਣੀ ਨੂੰ ਕਹਿ ਰਹੀ ਸੀ ਕਿ ਉਹ ਅਤੇ ਰਾਜੂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਰਾਣੀ ਉਹਨਾਂ ਦੇ ਦਰਮਿਆਨ ਆ ਗਈ ਹੈ। ਉਸ ਨੂੰ ਉਹਨਾਂ ਦੇ ਵਿੱਚੋਂ ਹਟ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਸੀ। ਉਹ ਤਾਂ ਇਹ ਵੀ ਕਹਿ ਰਹੀ ਸੀ ਕਿ ਰਾਣੀ ਨੂੰ ਆਪਣੇ ਬੱਚੇ ਦਾ ਮਿਸਕੈਰੇਜ ਕਰਵਾਉਣਾ ਚਾਹੀਦਾ ਹੈ। ਉਹ ਲੜਕੀ ਰਾਣੀ ਨੂੰ ਇਹ ਧਮਕੀ ਦੇ ਰਹੀ ਸੀ, ਜੇਕਰ ਉਸਨੇ ਇਹ ਸਭ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗੀ। ਹੇ ਮੇਰਿਆ ਰੱਬਾ, ਇੰਨੀਆਂ ਵੱਡੀਆਂ ਧਮਕੀਆਂ, ਉਹ ਵੀ ਉਸ ਨੂੰ ਜਿਸ ਦਾ ਦਿਲ ਬਹੁਤ ਕਮਜ਼ੋਰ ਆ। ਇਸ ਕਰਕੇ ਡਾਕਟਰ ਨੇ ਪਿਛਲੇ ਮਹੀਨੇ ਚੈੱਕਅਪ ਦੇ ਦੌਰਾਨ ਕਿਹਾ ਸੀ ਕਿ ਇਸ ਨੂੰ ਦਿਮਾਗੀ ਦਬਾਅ ਤੋਂ ਦੂਰ ਰੱਖੋ
ਤੇ ਖੁਸ਼ ਰੱਖਿਆ ਕਰੋ। ਮੇਰੀ ਦਰਾਣੀ ਵੀ ਉਸ ਲੜਕੀ ਦੇ ਡਰ ਕਾਰਨ ਮੈਨੂੰ ਕਹਿੰਦੀ ਕਿ ਮੈਂ ਇਹ ਬੱਚਾ ਨਹੀਂ ਰੱਖਣਾ। ਮੈਨੂੰ ਹੁਣ ਸਾਰੀ ਹਕੀਕਤ ਪਤਾ ਲੱਗ ਗਈ ਸੀ ਤੇ ਮੇਰੇ ਦਿਓਰ ਦਾ ਵੀ ਸਾਰਾ ਕੁਝ ਕੀਤਾ ਕਰਾਇਆ ਸੀ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਰਾਣੀ ਵਰਗੀ ਹਮਸਫਰ ਨੂੰ ਛੱਡ ਕੇ ਉਹ ਸਾਰੀ ਜ਼ਿੰਦਗੀ ਪਛਤਾਵੇਗਾ। ਉਹ ਲੜਕੀ ਰਾਜੂ ਨੂੰ ਕਹਿੰਦੀ ਕਿ ਤੇਰੇ ਬੱਚੇ ਨੂੰ ਇੱਕ ਸਕੀ ਮਾਂ ਦੀ ਤਰ੍ਹਾਂ ਪਾਲਾਂਗੀ, ਜਦ ਕਿ ਰਾਣੀ ਨੂੰ ਕਹਿੰਦੀ ਸੀ ਕਿ ਇਸ ਬੱਚੇ ਨੂੰ ਪੈਦਾ ਹੀ ਨਾ ਕਰੇ, ਨਹੀਂ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਆਪਣੇ ਹੱਥਾਂ ਨਾਲ ਮਾਰ ਦੇਵਾਂਗੀ। ਅਸੀਂ ਘਰ ਪਹੁੰਚੇ ਤੇ ਮੈਂ ਫਿਰ ਤੋਂ ਇੱਕ ਨਵੇਂ ਮਸਲੇ 'ਤੇ ਦਿਮਾਗ ਲੜਾਉਣਾ ਸ਼ੁਰੂ ਕਰ ਦਿੱਤਾ। ਕਈ ਦਿਨ ਲਗਾਤਾਰ ਸੋਚਾਂ ਵਿਚਾਰਾਂ ਕਰਨ ਤੋਂ ਬਾਅਦ ਇੱਕ ਦਿਨ ਸੁਨਹਿਰੀ ਮੌਕਾ ਪਾ ਕੇ ਮੈਂ ਰਾਣੀ ਨੂੰ ਆਪਣੀ ਸਹੇਲੀ ਦੇ ਕੋਲ ਭੇਜ ਦਿੱਤਾ, ਜੋ ਘਰ ਆ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਦੂਜਿਆਂ ਨੂੰ ਕਿਹਾ ਕਿ ਮੈਂ ਰਾਣੀ ਨੂੰ ਹਸਪੀਟਲ ਲੈ ਕੇ ਗਈ ਸੀ, ਪਰ ਅਚਾਨਕ ਤਬੀਅਤ ਖਰਾਬ ਹੋਣ ਦੀ ਵਜ੍ਹਾ ਨਾਲ ਉਸ ਨੂੰ ਚੱਕਰ ਆ ਗਿਆ ਤੇ ਉਹ ਰੋਡ 'ਤੇ ਡਿੱਗ ਪਈ ਤੇ ਉਸ ਉੱਪਰੋਂ ਦੀ ਟਰੱਕ ਲੰਘ ਗਿਆ ਤੇ ਟੁਕੜੇ ਟੁਕੜੇ ਹੋ ਗਏ ਤੇ ਰੱਬ ਨੂੰ ਪਿਆਰੀ ਹੋ ਗਈ। ਉਸ ਦੀ ਲਾਸ਼ ਵੀ ਘਰ ਲਿਆਉਣ ਦੇ ਕਾਬਲ ਨਹੀਂ ਸੀ। ਨਾ ਜਾਣੇ ਕਿਹੜਾ ਗਮ ਸੀ ਮੇਰੀ ਦਰਾਣੀ ਨੂੰ, ਜੋ ਉਸ ਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ। ਇੰਨਾ ਖਿਆਲ ਰੱਖਣ ਦੇ ਬਾਵਜੂਦ ਵੀ ਪਤਾ ਨਹੀਂ ਉਸ ਨੂੰ ਕਿਹੜਾ ਗਮ ਸੀ ਕਿ ਉਹ ਬੱਚੇ ਸਮੇਤ ਇਸ ਦੁਨੀਆ ਤੋਂ ਚਲੀ ਗਈ। ਮੇਰਾ ਦਿਓਰ ਤਾਂ ਪਾਗਲ ਹੋਣ ਲੱਗ ਪਿਆ। ਵਾਰ-ਵਾਰ ਇਹੀ ਬੋਲੀ ਜਾ ਰਿਹਾ ਸੀ ਕਿ ਇਹ ਕਿੱਦਾਂ ਹੋ ਸਕਦਾ ਹੈ, ਇਹ ਨਹੀਂ ਹੋ ਸਕਦਾ। ਉਹ ਆਪਣੇ ਬੱਚੇ ਦੀ ਖਾਤਰ ਬੇਤਾਬ ਹੋ ਰਿਹਾ ਸੀ, ਜਦ ਕਿ ਮੈਂ ਦੁਖੀ ਹੋ ਰਹੀ ਸੀ ਕਿ ਮੇਰਾ ਦਿਓਰ ਇੰਨਾ ਖੁਦਗਰਜ਼ ਕਿੱਦਾਂ ਹੋ ਗਿਆ। ਉਹ ਹੁਣ ਵੀ ਆਪਣੀ ਔਲਾਦ ਦੀ ਹੀ ਫਿਕਰ ਵਿੱਚ ਸੀ, ਪਰ ਆਪਣੀ ਪਤਨੀ ਦੀ ਨਹੀਂ। 2 ਦਿਨ ਰੋਂਦੇ ਧੋਂਦੇ ਨਿਕਲ ਗਏ। ਤੀਜੇ ਦਿਨ ਉਹ ਪਾਰਲਰ ਵਾਲੀ ਲੜਕੀ ਸਾਡੇ ਘਰ ਆ ਗਈ। ਮੇਰੇ ਦਿਓਰ ਨੂੰ ਦਿਲਾਸਾ ਦੇਣ ਲੱਗ ਪਈ, ਅਫਸੋਸ ਕਰਨ ਲੱਗੀ, ਜਦ ਕਿ ਮੈਂ ਦੇਖ ਰਹੀ ਸੀ ਕਿ ਉਹ ਕਿੰਨੀ ਖੁਸ਼ ਸੀ ਕਿ ਚਲੋ ਆਪਣੇ ਆਪ ਹੀ ਦੋਹਾਂ ਤੋਂ ਜਾਨ ਛੁੱਟ ਗਈ। ਰਾਜੂ ਦੇ ਸਾਹਮਣੇ ਕਹਿ ਵੀ ਰਹੀ ਸੀ ਕਿ ਚਲੋ ਚੰਗਾ ਹੋਇਆ ਮਾਂ ਤੇ ਬੱਚਾ ਦੋਵੇਂ ਹੀ ਮਰ ਗਏ, ਨਹੀਂ ਤਾਂ ਮੈਂ ਇਸ ਬੱਚੇ ਨੂੰ ਖੁਦ ਹੀ ਮਾਰ ਦਿੰਦੀ। ਵੈਸੇ ਵੀ ਮਾਂ ਤੋਂ ਬਾਅਦ ਇਸ ਬੱਚੇ ਨੂੰ ਕੌਣ ਸੰਭਾਲ ਸਕਦਾ ਹੈ। ਇਹ ਸੁਣਨਾ ਸੀ ਕਿ ਰਾਜੂ ਤਾਂ ਆਪੇ ਤੋਂ ਬਾਹਰ ਆ ਗਿਆ ਤੇ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਉਹ ਲੜਕੀ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ। ਬਲਕਿ ਆਪਣੀ ਜ਼ਿੰਦਗੀ 'ਚੋਂ ਵੀ। ਮੈਂ ਵੀ ਹਥਿਆਰ ਤੇਜ਼ ਕਰ ਲਏ ਤੇ ਰਾਜੂ ਨੂੰ ਸ਼ੀਸ਼ਾ ਦਿਖਾ ਦਿੱਤਾ ਤੇ ਕਿਹਾ ਕਿ ਇਹ ਸੀ ਤੇਰੀ ਪਸੰਦ, ਜਿਸ ਦੀ ਖਾਤਰ ਤੂੰ ਆਪਣੀ ਪਤਨੀ ਨੂੰ ਤਲਾਕ ਦੇਣ ਵਾਲਾ ਸੀ। ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਉਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ। ਇਹ ਵੀ ਨਾ ਸੋਚਿਆ ਕਿ ਸਾਡਾ ਕੀ ਹੋਵੇਗਾ। ਤੂੰ ਇੰਨਾ ਖੁਦਗਰਜ਼ ਹੋ ਕੇ ਸਿਰਫ ਤੇ ਸਿਰਫ ਆਪਣਾ ਹੀ ਸਵਾਰਥ ਦੇਖਿਆ। ਹੁਣ ਸਾਰੀ ਜ਼ਿੰਦਗੀ ਪਛਤਾ ਕੇ ਗੁਜ਼ਾਰਨਾ ਅਤੇ ਮੈਂ ਵੀ ਕਦੇ ਤੈਨੂੰ ਮਾफ़ ਨਹੀਂ ਕਰਾਂਗੀ। ਇਹ ਕਹਿ ਕੇ ਮੈਂ ਬੁਰੀ ਤਰ੍ਹਾਂ ਨਾਲ ਰੋਣ ਲੱਗ ਪਈ ਤੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਤੇ ਮੇਰਾ ਦਿਓਰ ਵਿਚਾਰਾ ਆਪਣਾ ਗਮ ਭੁਲਾ ਕੇ ਕਈ ਦਿਨ ਤੱਕ ਮੈਨੂੰ ਮਨਾਉਂਦਾ ਰਿਹਾ। ਫਿਰ ਕਿਤੇ ਜਾ ਕੇ ਮੈਂ ਉਸ ਨੂੰ ਮਾफ़ ਕੀਤਾ, ਪਰ ਰਾਣੀ ਬਾਰੇ ਅਜੇ ਮੈਂ ਉਸ ਨੂੰ ਕੁਝ ਵੀ ਨਹੀਂ ਦੱਸਿਆ ਸੀ। ਮੈਂ ਸੋਚਿਆ ਜਿੰਨਾ ਜ਼ਿਆਦਾ ਅਫਸੋਸ ਹੋਵੇਗਾ ਉਹੀ ਉਸ ਦੇ ਵਾਸਤੇ ਚੰਗਾ ਹੈ। ਮੇਰੀ ਦਰਾਣੀ ਦੀ ਕਦਰ ਓਨੀ ਹੀ ਜ਼ਿਆਦਾ ਵੱਧ ਜਾਵੇਗੀ। ਹੁਣ ਉਹ ਹਰ ਸਮੇਂ ਉਦਾਸ ਘੁੰਮਦਾ। ਉਸ ਨੂੰ ਰਾਣੀ ਦੀ ਵੀ ਯਾਦ ਸਤਾਉਣ ਲੱਗ ਪਈ। ਮੈਂ ਉਸ ਨੂੰ ਰਾਤਾਂ ਨੂੰ ਉੱਠ ਕੇ ਆਪਣੀ ਪਤਨੀ ਦੇ ਲਈ ਰੋਂਦਾ ਦੇਖਿਆ ਸੀ, ਜਦ ਕਿ ਮੈਂ ਆਪਣੀ ਦਰਾਣੀ ਨੂੰ ਫੋਨ ਲਗਾਉਂਦੀ ਸੀ। ਇੱਕ ਸ਼ਾਮ ਜਦੋਂ ਮੈਂ ਉੱਥੇ ਹੀ ਸੀ, ਜਦੋਂ ਮੇਰੀ ਦਰਾਣੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ, ਮੈਂ ਬੱਚੇ ਨੂੰ ਵੇਖ ਕੇ ਜਿੱਦਾਂ ਦੁਬਾਰਾ ਤੋਂ ਜੀ ਉੱਠੀ ਸੀ। ਹੁਣ ਮੈਂ ਆਪਣੇ ਦਿਓਰ ਨੂੰ ਹੋਰ ਦੁਖੀ ਨਹੀਂ ਦੇਖ ਸਕਦੀ ਸੀ। ਫਿਰ ਮੈਂ ਆਪਣੇ ਦਿਓਰ ਅਤੇ ਪਤੀ ਨੂੰ ਇਸ ਐਡਰੈਸ 'ਤੇ ਬੁਲਾ ਲਿਆ। ਉਹ ਦੋਵੇਂ ਭਰਾ ਦੌੜੇ ਆਏ ਕਿ ਸ਼ਾਇਦ ਮੈਂ ਕਿਸੇ ਮੁਸੀਬਤ ਵਿੱਚ ਹਾਂ। ਜਦੋਂ ਉਹ ਪਹੁੰਚੇ ਤਾਂ ਰਾਜੂ ਨੇ ਰਾਣੀ ਨੂੰ ਦੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਤੇ ਸਾਨੂੰ ਪੁੱਛਣ ਲੱਗ ਪਿਆ ਕਿ ਮੈਨੂੰ ਕੀ ਹੋ ਗਿਆ, ਮੈਨੂੰ ਰਾਣੀ ਕਿਉਂ ਦਿਖ ਰਹੀ ਆ। ਮੈਂ ਉਸ ਦੇ ਮੋਢੇ 'ਤੇ ਹੱਥ ਰੱਖਿਆ ਤੇ ਉਸ ਨੂੰ ਯਕੀਨ ਦਿਵਾਇਆ ਕਿ ਰਾਣੀ ਜਿੰਦਾ ਹੈ ਤੇ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਫਿਰ ਮੈਂ ਰਾਜੂ ਤੋਂ ਵਾਅਦਾ ਲਿਆ ਕਿ ਉਹ ਜ਼ਿੰਦਗੀ ਵਿੱਚ ਦੁਬਾਰਾ ਕਦੇ ਵੀ ਕਿਸੇ ਹੋਰ ਔਰਤ ਵੱਲ ਨਹੀਂ ਵੇਖੇਗਾ ਤੇ ਰਾਣੀ ਨੂੰ ਕਦੇ ਵੀ ਤਲਾਕ ਨਹੀਂ ਦੇਵੇਗਾ। ਰਾਜੂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਰਾਣੀ ਅਤੇ ਮੇਰੇ ਕੋਲੋਂ ਮਾफ़ੀ ਮੰਗ ਲਈ। ਮੈਂ ਉਸ ਨੂੰ ਮਾफ़ ਕਰ ਦਿੱਤਾ। ਅੱਜ ਇਸ ਗੱਲ ਨੂੰ ਕਈ ਸਾਲ ਹੋ ਗਏ ਤੇ ਅਸੀਂ ਸਾਰੇ ਇੱਕ ਦੂਜੇ ਨਾਲ ਖੁਸ਼ ਰਹਿੰਦੇ ਹਾਂ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।